एवरी मंडे ਸਿੰਘ ਦੇ ਫੰਡੇ ਤੇ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਫੰਡੇ ਦੀ ਜੋ ਜੁੜਿਆ ਹੈ ਕੈਨੇਡਾ ਵਿੱਚ ਸਾਡੇ ਸਭ ਤੋਂ ਵੱਡੇ ਸੁਪਨੇ ਦੇ। ਉਹ ਹੈ ਆਪਣਾ ਇੱਕ ਘਰ ਲੈਣਾ। ਤਾਂ ਹੁਣ ਇਸ ਘਰ ਲਈ ਚਾਹੀਦੀ ਹੈ ਡਾਊਨ ਪੇਮੈਂਟ। ਹੁਣ ਇਹ ਡਾਊਨ ਪੇਮੈਂਟ ਕਿੱਥੋਂ ਆਵੇਗੀ ਤੇ ਕਿਵੇਂ ਇਸ ਦਾ ਇੰਤਜ਼ਾਮ ਹੋਵੇਗਾ, ਅਸੀਂ ਗੱਲ ਕਰਾਂਗੇ ਅੱਜ ਇਸ ਫੰਡੇ ਦੇ ਬਾਰੇ ਐਵਰੀ ਮੰਡੇ ਸਿੰਘ ਦੇ ਫੰਡੇ ਦੇ ਉੱਤੇ। ਤੇ ਜੇਕਰ ਹੁਣ ਤੱਕ ਤੁਸੀਂ ਸਾਡਾ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਸਾਡਾ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ हर सोमवार असी तुहाडे लेके आइए कोई नवा फंडा ते नवी जानकारी इंश्योरेंस ते इन्वेस्टमेंट के बारे। तो हुण गल करते हैं होम बायर प्लान की, जिसनों असी कि आम तौर पर फर्स्ट टाइम होम बायर प्लान कहते हैं। साल 1992 ਦੇ ਵਿੱਚ शुरुआत की गई सी इस प्लान की ताकि कैनेडियंस नूं घर लेना सौखा हो जाए। ਹੁਣ ਅਸੀਂ ਅਕਸਰ ਆਪਣੀ RSP ਦੇ ਵਿੱਚ ਸੇਵ ਤੇ ਇਨਵੈਸਟ ਕਰਦੇ ਹਾਂ ਤੇ ਜਦ ਤੱਕ ਉਹ ਰਕਮ ਸਾਡੀ RSP ਦੇ ਵਿੱਚ ਰਹਿੰਦੀ ਹੈ ਉਹ ਟੈਕਸ ਫ੍ਰੀ ਗਰੋ ਕਰਦੀ ਹੈ। ਪਰ ਜਦੋਂ ਅਸੀਂ ਉਸ ਰਕਮ ਨੂੰ RSP ਦੇ ਵਿੱਚੋਂ ਕਢਵਾਉਂਦੇ ਹਾਂ ਤਾਂ ਉਸ ਉੱਤੇ ਵਿਦਹੋਲਡਿੰਗ ਟੈਕਸ ਪੈਂਦਾ ਹੈ। ਹੁਣ ਸ਼ਾਇਦ ਇਸੇ ਕਰਕੇ ਹੀ RSP ਦੇ ਵਿੱਚੋਂ ਰਕਮ ਕਢਵਾਉਣਾ ਕੋਈ ਮਾਇਨੇ ਨਹੀਂ ਰੱਖਦਾ ਸੀ ਕਿਉਂਕਿ ਉਸ 'ਤੇ ਵਿਦਹੋਲਡਿੰਗ ਟੈਕਸ ਲੱਗਦਾ ਸੀ। ਤੇ ਫਿਰ ਸ਼ੁਰੂਆਤ ਕੀਤੀ ਗਈ ਹੋਮ ਬਾਇਰ ਪਲਾਨਸ ਦੀ ਤਾਂ ਕਿ ਤੁਸੀਂ RSP ਦੇ ਵਿੱਚੋਂ ਇਕੱਠੀ ਹੋਈ ਰਕਮ ਨੂੰ ਪਹਿਲੀ ਵਾਰ ਘਰ ਖਰੀਦਣ ਲਈ ਇਸਤੇਮਾਲ ਕਰ ਸਕੋ ਤੇ ਉਸ 'ਤੇ ਕੋਈ ਵਿਦਹੋਲਡਿੰਗ ਟੈਕਸ ਨਹੀਂ ਲੱਗੇਗਾ। ਪਲਾਨ ਦੇ ਸ਼ੁਰੂਆਤੀ ਦੌਰ ਦੇ ਵਿੱਚ RSP ਦੇ ਵਿੱਚੋਂ ਅਸੀਂ $20,000 ਕਢਵਾ ਸਕਦੇ ਸੀਗੇ ਫਰਸਟ ਟਾਈਮ ਹੋਮ ਬਾਇਰ ਪਲਾਨ ਦੇ ਅਧੀਨ। ਤੇ ਜੇਕਰ ਕੋਈ ਕਪਲ ਜਾਂ ਪਾਰਟਨਰ ਹੁੰਦੇ ਸੀ ਤਾਂ ਇਹ ਰਕਮ ਹਰ ਵਿਅਕਤੀ ਦੇ ਮੁਤਾਬਕ 20,000 ਹੋ ਜਾਂਦੀ ਸੀ, ਜੋ ਕਿ 1 ਮਾਰਚ 2019 ਤੋਂ ਇਸ ਲਿਮਿਟ ਨੂੰ ਵਧਾ ਕੇ $35,000 ਕਰ ਦਿੱਤਾ ਗਿਆ। ਯਾਨੀ ਕਿ ਜੇਕਰ ਤੁਸੀਂ ਮੈਰਿਡ ਹੋ, ਸਪਾਊਸ ਜਾਂ ਕਾਮਨ ਲਾ ਪਾਰਟਨਰ ਨਾਲ ਜਾਂ ਕਿਸੇ ਹੋਰ ਪਾਰਟਨਰ ਦੇ ਨਾਲ ਮਿਲ ਕੇ ਕੋਈ ਫਸਟ ਟਾਈਮ ਪ੍ਰੋਪਰਟੀ ਖਰੀਦਣਾ ਚਾਹੁੰਦੇ ਹੋ ਜਾਂ ਘਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਇਸ ਅਕਾਊਂਟ ਦੇ ਵਿੱਚੋਂ $35,000 ਪਰ ਪਰਸਨ ਕਢਵਾ ਸਕਦੇ ਹੋ। ਯਾਨੀ ਕਿ ਜੇ ਕਪਲ ਹੋ ਤਾਂ ਇਹਦਾ ਮਤਲਬ 70,000 ਤੱਕ ਦੀ ਵਿਡਰਾਲ ਹੋ ਸਕਦੀ ਹੈ ਹੋਮ ਬਾਇਰ ਪਲਾਨ ਹੇਠਾਂ। ਇਸ ਦੇ ਵਿੱਚ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਜੋ ਵੀ ਰਕਮ ਕਢਵਾਈ ਜਾਏਗੀ ਉਸ ਨੂੰ ਅਸੀਂ ਅਗਲੇ 15 ਸਾਲ ਦੇ ਵਿੱਚ ਵਾਪਸ ਜਮ੍ਹਾਂ ਕਰਵਾਉਣਾ ਹੈ RSP ਦੇ ਉਸੇ ਅਕਾਊਂਟ ਦੇ ਵਿੱਚ ਜਿਸ ਤੋਂ ਅਸੀਂ ਇਹ ਰਕਮ ਕਢਵਾਈ ਹੈ। ਤਾਂ ਇਹ ਵਾਪਸੀ ਦੀ ਸ਼ੁਰੂਆਤ ਆਪਣੀ RSP ਦੇ ਵਿੱਚੋਂ ਰਕਮ ਕਢਵਾਉਣ ਤੋਂ 2 ਸਾਲ ਬਾਅਦ ਹੋਵੇਗੀ। ਹੁਣ ਅਸੀਂ ਗੱਲ ਕਰਦੇ ਹਾਂ ਕਿ ਫਸਟ ਟਾਈਮ ਹੋਮ ਬਾਇਰ ਪਲਾਨ ਦੇ ਵਿੱਚੋਂ ਅਸੀਂ ਰਕਮ ਨੂੰ ਕਿਵੇਂ ਕਢਵਾ ਸਕਦੇ ਹਾਂ ਜਾਂ ਕਿਹੜੀਆਂ ਸ਼ਰਤਾਂ ਹੁੰਦੀਆਂ ਨੇ ਜਿਸ ਨਾਲ ਅਸੀਂ ਫਸਟ ਟਾਈਮ ਹੋਮ ਬਾਇਰ ਪਲਾਨ ਦੇ ਵਿੱਚੋਂ ਰਕਮ ਕਢਵਾ ਸਕਦੇ ਹਾਂ। ਜਿਵੇਂ ਕਿ ਮੈਂ ਹੁਣੀ ਦੱਸਿਆ ਹੈਗਾ ਕਿ ਸਾਡੀ RSP ਦੇ ਵਿੱਚ ਜੋ ਰਕਮ ਜਮ੍ਹਾਂ ਹੋਈ ਹੁੰਦੀ ਹੈ ਉਸ ਦੇ ਅਗੇਂਸਟ ਅਸੀਂ ਇਸ ਰਕਮ ਨੂੰ ਕਢਵਾ ਸਕਦੇ ਹਾਂ, ਜੋ ਕਿ ਇੱਕ ਤਰੀਕੇ ਦਾ ਲੋਨ ਹੁੰਦਾ ਹੈ ਬਿਨਾਂ ਵਿਆਜ ਦੇ। ਹੁਣ ਇਸ HBP ਯਾਨੀ ਕਿ ਹੋਮ ਬਾਇਰ ਪਲਾਨ ਲਈ ਐਲੀਜੀਬਲ ਹੋਣ ਲਈ ਕੁਝ ਸ਼ਰਤਾਂ ਨੇ, ਜਿਵੇਂ ਕਿ ਤੁਸੀਂ ਫਸਟ ਟਾਈਮ ਹੋਮ ਬਾਇਰ ਹੋਣੇ ਚਾਹੀਦੇ ਹੋ, ਤੁਸੀਂ ਕੈਨੇਡੀਅਨ ਰੈਜ਼ੀਡੈਂਟ ਹੋਣੇ ਚਾਹੀਦੇ ਹੋ, ਪਿਛਲੇ 4 ਸਾਲਾਂ ਦੇ ਵਿੱਚ ਤੁਹਾਡੇ ਕੋਲ ਜਾਂ ਤੁਹਾਡੀ ਸਪਾਊਸ ਦੇ ਕੋਲ ਕੋਈ ਪ੍ਰਿੰਸੀਪਲ ਰੈਜ਼ੀਡੈਂਸ ਨਹੀਂ ਹੋਣੀ ਚਾਹੀਦੀ ਜਾਂ ਫਿਰ ਤੁਹਾਡਾ ਪਿਛਲਾ ਲਿਆ ਹੋਇਆ HBP ਲੋਨ 0 ਬੈਲੈਂਸ ਸ਼ੋ ਕਰਦਾ ਹੋਵੇ। ਇਸ ਦੇ ਇਲਾਵਾ ਜੇਕਰ ਤੁਸੀਂ ਜਦੋਂ HBP ਲਈ ਲੋਨ ਲੈਂਦੇ ਹੋ ਤਾਂ ਤੁਹਾਨੂੰ 1 ਸਾਲ ਦੇ ਵਿੱਚ ਉਸ ਘਰ ਦੇ ਵਿੱਚ ਵਸੂਲ ਕਰਨੀ ਪਵੇਗੀ ਜੇ ਤੁਸੀਂ ਇਸ ਪਲਾਨ ਦੇ ਹੇਠਾਂ ਐਲੀਜੀਬਲ ਬਣੇ ਰਹਿਣਾ ਹੈ। ਹੁਣ ਅਕਸਰ ਇੱਕ ਕਨਫਿਊਜ਼ਨ, ਇੱਕ ਸਵਾਲ ਬਣਿਆ ਰਹਿੰਦਾ ਹੈ ਕਿ ਫਸਟ ਟਾਈਮ ਹੋਮ ਬਾਇਰ ਹੁੰਦਾ ਕੌਣ ਹੈ ਜਾਂ ਫਸਟ ਟਾਈਮ ਹੋਮ ਬਾਇਰ ਹੋਣ ਲਈ ਐਲੀਜੀਬਿਲਿਟੀ ਕ੍ਰਾਈਟੇਰੀਆ ਕੀ ਹੈ। ਤੁਸੀਂ ਫਸਟ ਟਾਈਮ ਹੋਮ ਬਾਇਰ ਤਾਂ ਹੀ ਮੰਨੇ ਜਾਓਗੇ ਜੇਕਰ ਤੁਸੀਂ ਉਸ ਘਰ ਵਿੱਚ ਨਹੀਂ ਰਹਿ ਰਹੇ ਜਿਹੜੇ ਕਿ ਪਿਛਲੇ 4 ਸਾਲਾਂ ਦੇ ਵਿੱਚ ਤੁਹਾਡੇ ਕੋਲ ਹੈ। ਯਾਨੀ ਕਿ ਅਗਰ ਪਿਛਲੇ 4 ਸਾਲਾਂ ਦੇ ਵਿੱਚ ਤੁਹਾਡੇ ਕੋਲ ਜਾਂ ਤੁਹਾਡੀ ਸਪਾਊਸ ਦੇ ਕੋਲ ਕੋਈ ਆਪਣਾ ਘਰ ਹੈ ਜਿਸ ਨੂੰ ਤੁਸੀਂ ਪ੍ਰਿੰਸੀਪਲ ਰੈਜ਼ੀਡੈਂਸ ਬਣਾਇਆ ਹੋਇਆ ਹੈ ਤਾਂ ਤੁਸੀਂ HBP ਲਈ ਐਲੀਜੀਬਲ ਨਹੀਂ ਹੋਵੋਗੇ। ਪਰ ਜੇਕਰ ਤੁਹਾਡੇ ਕੋਲ ਪਿਛਲੇ 4 ਸਾਲਾਂ 'ਚ ਆਪਣਾ ਘਰ ਨਹੀਂ ਹੈ ਤਾਂ ਤੁਸੀਂ ਇਸ ਪਲਾਨ ਲਈ ਐਲੀਜੀਬਲ ਹੋ ਸਕਦੇ ਹੋ। ਮੰਨ ਲਵੋ ਕਿ ਤੁਸੀਂ ਸੋਚਿਆ ਹੈ ਮਈ 2022 ਦੇ ਵਿੱਚ ਇੱਕ ਘਰ ਲੈਣ ਦਾ ਔਰ HBP ਦੇ ਵਿੱਚੋਂ ਰਕਮ ਕਢਵਾਉਣ ਦਾ। ਤੇ ਇਸ ਦਾ ਮਤਲਬ ਕੀ ਹੋਇਆ, 1 ਜਨਵਰੀ 2018 ਤੋਂ ਲੈ ਕੇ 30 ਅਪ੍ਰੈਲ 2022 ਤੱਕ ਤੁਹਾਡੇ ਨਾਮ ਤੇ ਜਾਂ ਤੁਹਾਡੀ ਸਪਾਊਸ ਦੇ ਕੋਲ ਕੋਈ ਵੀ ਪ੍ਰਿੰਸੀਪਲ ਰੈਜ਼ੀਡੈਂਸ ਨਹੀਂ ਹੋਣੀ ਚਾਹੀਦੀ। ਹੋਮ ਬਾਇਰ ਪਲਾਨ ਹੇਠਾਂ ਲਈ ਗਈ ਰਕਮ ਨੂੰ ਅਗਲੇ 15 ਸਾਲਾਂ ਦੇ ਵਿੱਚ ਮੋੜਨਾ ਪੈਂਦਾ ਹੈ ਤੇ ਇਹਦੀ ਵਾਪਸੀ ਦੀ ਸ਼ੁਰੂਆਤ ਜਿਸ ਸਾਲ ਤੁਸੀਂ HBP ਦੇ ਵਿੱਚ ਇਹ ਰਕਮ ਕਢਵਾਈ ਹੈ ਉਸ ਤੋਂ 2 ਸਾਲ ਬਾਅਦ ਤੁਸੀਂ ਇਸ ਰਕਮ ਨੂੰ ਵਾਪਸ ਕਰਨਾ ਸ਼ੁਰੂ ਕਰਨਾ ਹੈ। ਮੰਨ ਲਵੋ ਕਿ ਤੁਸੀਂ ਸਾਲ 2022 ਦੇ ਵਿੱਚ HBP ਲਈ ਇਹ ਰਕਮ ਕਢਵਾਉਂਦੇ ਹੋ ਤਾਂ ਤੁਹਾਡੀ ਸ਼ੁਰੂਆਤ ਰਕਮ ਵਾਪਸ ਕਰਨ ਦੀ ਹੋਵੇਗੀ 2024 ਦੇ ਵਿੱਚ। CRA ਨੋਟਿਸ ਆਫ ਅਸੈਸਮੈਂਟ ਦੇ ਨਾਲ ਇਹ ਵੀ ਸਟੇਟਮੈਂਟ ਤੁਹਾਨੂੰ ਭੇਜਦਾ ਹੈ ਕਿ HBP ਦੀ ਅਸੈਸਮੈਂਟ ਜਾਂ HBP ਦੀ ਤੁਹਾਨੂੰ ਸਟੇਟਮੈਂਟ ਭੇਜਦਾ ਹੈ ਜਿਸ ਦੇ ਵਿੱਚ ਇਹ ਹੁੰਦਾ ਹੈਗਾ ਕਿ ਤੁਸੀਂ ਕਿੰਨੀ ਰਕਮ ਵਿਡਰਾਅ ਕੀਤੀ ਹੈ, ਕਿੰਨਾ ਤੁਸੀਂ ਹੁਣ ਤੱਕ ਪੇ ਕਰ ਚੁੱਕੇ ਹੋ ਤਾਂ ਕਿੰਨਾ ਬੈਲੈਂਸ ਬਕਾਇਆ ਹੈ। ਪਰ ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਕਿ ਹੋਮ ਬਾਇਰ ਪਲਾਨ ਵਿੱਚ ਤੁਸੀਂ ਇੱਕ ਵਾਰ ਤੋਂ ਜ਼ਿਆਦਾ ਵਾਰ ਵੀ ਐਲੀਜੀਬਲ ਹੋ ਸਕਦੇ ਹੋ। ਬਸ ਇਸ ਲਈ ਹੈ ਕਿ ਤੁਹਾਡੇ ਕੋਲ
ਪਿਛਲੇ 4 ਸਾਲਾਂ ਦੇ ਵਿੱਚ ਕੋਈ ਪ੍ਰਿੰਸੀਪਲ ਰੈਜ਼ੀਡੈਂਸ ਨਹੀਂ ਹੋਣੀ ਚਾਹੀਦੀ, ਜਾਂ ਜੇਕਰ ਤੁਹਾਡੇ ਕੋਲ ਕੋਈ ਪ੍ਰਿੰਸੀਪਲ ਰੈਜ਼ੀਡੈਂਸ ਸੀ ਤਾਂ ਤੁਸੀਂ ਅੱਜ ਤੋਂ 4 ਸਾਲ ਪਹਿਲਾਂ ਉਸ ਨੂੰ ਵੇਚ ਚੁੱਕੇ ਹੋਵੋਗੇ। ਮੰਨ ਲਓ ਤੁਸੀਂ ਆਪਣਾ ਘਰ 2016 'ਚ ਵੇਚ ਚੁੱਕੇ ਹੋ ਤਾਂ ਹੁਣ ਤੁਹਾਡੇ ਕੋਲ ਕੋਈ ਵੀ ਪ੍ਰਿੰਸੀਪਲ ਰੈਜ਼ੀਡੈਂਸ ਨਹੀਂ ਹੈ, ਤਾਂ ਤੁਸੀਂ ਸਾਲ 2022 ਦੇ ਵਿੱਚ ਨਵਾਂ ਘਰ ਖਰੀਦਣਾ ਚਾਹੁੰਦੇ ਹੋ, ਹੋਮ ਬਾਇਰ ਪਲਾਨ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ, ਤਾਂ ਡੈਫੀਨੇਟਲੀ ਤੁਸੀਂ ਇਸ ਪਲਾਨ ਦਾ ਹਿੱਸਾ ਹੋ ਸਕਦੇ ਹੋ। ਫਿਰ ਇਹ ਕੋਈ ਫਰਕ ਨਹੀਂ ਪੈਂਦਾ ਕਿ ਇਹ ਤੁਹਾਡਾ ਪਹਿਲਾ ਘਰ ਹੈ ਜਾਂ ਫਿਰ ਪੰਜਵਾਂ। ਹੁਣ ਜੇਕਰ ਤੁਸੀਂ ਹੋਮ ਬਾਇਰ ਪਲਾਨ ਹੇਠਾਂ ਰਕਮ ਵਿਡਰਾ ਕਰਾ ਲੈਂਦੇ ਹੋ ਤਾਂ ਅਗਲੇ ਸਾਲ ਦੀ 1 ਅਕਤੂਬਰ ਤੋਂ ਪਹਿਲਾਂ ਉਸ ਘਰ ਦੇ ਵਿੱਚ ਵਸੋ ਨਹੀਂ ਕਰਦੇ, ਜਾਂ ਫਿਰ ਤੁਸੀਂ ਉਸ ਘਰ ਨੂੰ ਬਾਏ ਨਹੀਂ ਕਰ ਪਾਉਂਦੇ, ਤਾਂ ਤੁਸੀਂ ਹੋਮ ਬਾਇਰ ਪਲਾਨ ਦੇ ਵਿੱਚ ਆਪਣੀ ਪਾਰਟਿਸਿਪੇਸ਼ਨ ਕੈਂਸਲ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਹੋਮ ਬਾਇਰ ਪਲਾਨ ਦੇ ਵਿੱਚੋਂ ਕਢਵਾਈ ਗਈ ਰਕਮ ਨੂੰ ਵਾਪਸ ਆਪਣੇ RRSP ਅਕਾਊਂਟ ਦੇ ਵਿੱਚ ਜਮ੍ਹਾਂ ਕਰਵਾ ਸਕਦੇ ਹੋ, ਜਿਸ ਉੱਤੇ ਕੋਈ ਟੈਕਸ ਨਹੀਂ ਲੱਗੇਗਾ। ਪਰ ਹੁਣ ਇਸ ਤੋਂ ਉਲਟ ਅਗਰ ਤੁਸੀਂ ਅਜਿਹਾ ਨਹੀਂ ਕਰ ਪਾਏ ਤੇ ਹੋਮ ਬਾਇਰ ਪਲਾਨ ਵਿੱਚੋਂ ਕਢਵਾਈ ਗਈ ਰਕਮ ਨੂੰ ਪੂਰੀ ਤੌਰ ਤੇ ਜਾਂ ਅੱਧਾ ਪਜੱਦਾ ਹੀ ਵਾਪਸ ਕਰ ਪਾਏ, ਤੇ ਅਗਰ ਤੁਸੀਂ ਕੋਈ ਬਕਾਇਆ ਰਕਮ ਹੋਮ ਬਾਇਰ ਪਲਾਨ ਦੇ ਵਿੱਚ ਆਪਣੇ ਕੋਲ ਰੱਖ ਲਈ ਤਾਂ ਉਹ ਫਿਰ ਉਸ ਸਾਲ ਤੁਹਾਡੀ ਆਮਦਨ ਦਾ ਹਿੱਸਾ ਬਣ ਜਾਵੇਗੀ, ਜਿਸ ਦੇ ਉੱਤੇ ਤੁਹਾਨੂੰ ਟੈਕਸ ਦੇਣਾ ਪੈ ਸਕਦਾ ਹੈ। ਹੁਣ ਸਵਾਲ ਇਹ ਹੈ ਕਿ ਹੋਮ ਬਾਇਰ ਪਲਾਨ ਦੇ ਵਿੱਚੋਂ ਰਕਮ ਕਿਵੇਂ ਕਢਵਾਈ ਜਾ ਸਕਦੀ ਹੈ, ਜਾਂ ਰਕਮ ਕਢਵਾਉਣ ਲਈ ਕੀ ਕਰਨਾ ਪਵੇਗਾ। ਜਿਵੇਂ ਕਿ ਮੈਂ ਪਹਿਲੇ ਜ਼ਿਕਰ ਕੀਤਾ ਹੈ ਕਿ ਹੋਮ ਬਾਇਰ ਪਲਾਨ ਦੇ ਵਿੱਚ ਐਲੀਜੀਬਿਲਿਟੀ ਬਣਾਉਣ ਲਈ ਕੁਝ ਸ਼ਰਤਾਂ ਨੇ, ਜਿਵੇਂ ਕਿ ਤੁਸੀਂ ਕੈਨੇਡੀਅਨ ਰੈਜ਼ੀਡੈਂਟ ਹੋਣੇ ਚਾਹੀਦੇ ਹੋ, ਤੁਹਾਡੀ ਐਲੀਜੀਬਿਲਿਟੀ ਫਸਟ ਟਾਈਮ ਬਾਇਰ ਦੀ ਹੋਣੀ ਚਾਹੀਦੀ ਹੈ, ਤੇ ਪਿਛਲੇ 4 ਸਾਲਾਂ ਦੇ ਵਿੱਚ ਤੁਹਾਡੇ ਕੋਲ ਕੋਈ ਪ੍ਰਾਇਮਰੀ ਰੈਜ਼ੀਡੈਂਸ ਨਹੀਂ ਹੋਣੀ ਚਾਹੀਦੀ। ਹੁਣ ਇਸ ਦੇ ਨਾਲ 2 ਹੋਰ ਸ਼ਰਤਾਂ ਬੜੀਆਂ ਇੰਪੋਰਟੈਂਟ ਨੇ, ਜਿਸ ਦਾ HBP ਦੇ ਨਾਲ ਸਿੱਧਾ ਸੰਬੰਧ ਹੈ, ਜਾਂ ਉਸ ਨਾਲ ਤੁਸੀਂ ਐਲੀਜੀਬਲ ਬਣਦੇ ਹੋ ਹੋਮ ਬਾਇਰ ਪਲਾਨ ਲਈ। ਪਹਿਲਾ ਇਹ ਹੈ ਕਿ ਤੁਸੀਂ ਆਪਣੇ RRSP ਦੇ ਵਿੱਚੋਂ ਉਹੀ ਰਕਮ ਕਢਵਾ ਸਕਦੇ ਹੋ ਜਿਹੜੇ ਪਿਛਲੇ 90 ਦਿਨਾਂ ਤੋਂ ਉਸ RRSP ਦੇ ਵਿੱਚ ਜਮ੍ਹਾਂ ਹੋਈ ਹੈ। ਤੇ ਦੂਸਰਾ, ਆਪਣੇ ਘਰ ਦੇ ਟਾਈਟਲ ਮਿਲਣ ਤੇ 30 ਦਿਨਾਂ ਦੇ ਵਿਚਕਾਰ ਹੀ ਤੁਸੀਂ ਇਸ ਰਕਮ ਨੂੰ ਵਿਡਰਾ ਕਰਾ ਸਕਦੇ ਹੋ। ਜੇਕਰ ਘਰ ਦਾ ਟਾਈਟਲ ਮਿਲਣ ਤੋਂ 30 ਦਿਨਾਂ ਤੋਂ ਬਾਅਦ ਅਗਰ ਤੁਸੀਂ HBP ਹੇਠਾਂ ਕੋਈ ਰਕਮ ਵਿਡਰਾ ਕਰਦੇ ਹੋ ਤਾਂ ਫਿਰ ਉਸ ਦੇ ਉੱਤੇ ਤੁਹਾਨੂੰ ਟੈਕਸ ਦੀ ਛੋਟ ਨਹੀਂ ਮਿਲੇਗੀ। ਉਹ ਕਢਵਾਈ ਹੋਈ ਰਕਮ ਤੁਹਾਨੂੰ ਆਪਣੀ ਆਮਦਨ 'ਚ ਸ਼ਾਮਿਲ ਕਰਨੀ ਪਏਗੀ ਤੇ ਉਸ ਦੇ ਉੱਤੇ ਬਣਦਾ ਟੈਕਸ ਦੇਣਾ ਪਵੇਗਾ। HBP ਹੇਠਾਂ ਰਕਮ ਕਢਵਾਉਣ ਲਈ ਤੁਹਾਨੂੰ ਇੱਕ ਫਾਰਮ ਭਰਨਾ ਪਵੇਗਾ, ਜਿਸ ਨੂੰ ਅਸੀਂ T1036 ਫਾਰਮ ਕਹਿੰਦੇ ਹਾਂ। ਇਹ ਫਾਰਮ ਭਰ ਕੇ ਤੁਹਾਨੂੰ ਆਪਣੇ ਉਸ ਇੰਸਟੀਟਿਊਸ਼ਨ ਨੂੰ ਭੇਜਣਾ ਪਵੇਗਾ ਜਿੱਥੇ ਤੁਹਾਡੀ RRSP ਅਕਾਊਂਟ ਚੱਲ ਰਿਹਾ ਹੈ। ਇਸ ਤੋਂ ਬਾਅਦ ਉਹ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਜੋ ਕਿ ਬੈਂਕ ਜਾਂ ਕੋਈ ਇੰਸ਼ੋਰੈਂਸ ਕੰਪਨੀ ਜਾਂ ਕ੍ਰੈਡਿਟ ਯੂਨੀਅਨ ਹੋ ਸਕਦੀ ਹੈ, ਉਹ ਤੁਹਾਨੂੰ ਇੱਕ T4 RRSP ਫਾਰਮ ਭੇਜੇਗੀ, ਜਿਸ ਦੇ ਵਿੱਚ ਤੁਹਾਡੀ ਐਲੀਜੀਬਿਲਿਟੀ ਮੁਤਾਬਕ ਤੁਹਾਨੂੰ ਬਣਦੀ ਹੋਈ ਰਕਮ ਦਾ ਬਿਊਰਾ ਦਿੱਤਾ ਜਾਏਗਾ ਕਿ ਕਿੰਨੀ ਰਕਮ ਤੁਸੀਂ ਆਪਣੇ HBP ਪਲਾਨ ਹੇਠਾਂ ਕਢਵਾ ਸਕਦੇ ਹੋ। ਇੱਥੇ 2 ਗੱਲਾਂ ਬਸ ਧਿਆਨ ਰੱਖਣ ਵਾਲੀਆਂ ਨੇ। ਪਹਿਲਾ ਕਿ ਘਰ ਦਾ ਟਾਈਟਲ ਮਿਲਣ ਦੇ 30 ਦਿਨਾਂ ਦੇ ਵਿਚਕਾਰ ਤੁਹਾਨੂੰ ਆਪਣੀ ਰਕਮ ਵਿਡਰਾ ਕਰਵਾਉਣੀ ਪਵੇਗੀ, ਤਾਂ ਹੀ ਹੋਮ ਬਾਇਰ ਪਲਾਨ ਲਈ ਐਲੀਜੀਬਲ ਹੋਵੋਗੇ। ਤੇ ਦੂਸਰਾ, ਇਸ ਰਕਮ ਨੂੰ ਕਢਵਾਉਣ ਤੋਂ 2 ਸਾਲ ਬਾਅਦ ਤੁਸੀਂ ਇਸ ਰਕਮ ਨੂੰ ਵਾਪਸ ਕਰਨਾ ਸ਼ੁਰੂ ਕਰਨਾ ਹੈ। ਹੁਣ ਕੁਝ ਹੋਰ ਸਵਾਲ ਨੇ ਜਿਹੜੇ ਕਿ ਇਸ ਹੋਮ ਬਾਇਰ ਪਲਾਨ ਦੇ ਨਾਲ ਜੁੜੇ ਹੁੰਦੇ ਨੇ, ਜਿਵੇਂ ਕਿ ਕੀ ਅਸੀਂ ਇਸ ਦੀ ਰਕਮ ਦੀ ਸ਼ੁਰੂਆਤ ਜਾਂ ਵਾਪਸੀ ਦੀ ਸ਼ੁਰੂਆਤ ਜਲਦੀ ਕਰ ਸਕਦੇ ਹਾਂ, ਜਾਂ ਕੀ ਅਸੀਂ ਇਕੱਠੀ ਰਕਮ ਦੇ ਕੇ ਵੀ ਇਸ ਅਕਾਊਂਟ ਨੂੰ ਕਲੋਜ਼ ਕਰ ਸਕਦੇ ਹਾਂ ਜਲਦੀ ਹੀ। ਔਰ ਤੀਸਰਾ ਕਿ ਅਗਰ ਅਸੀਂ ਇਹ ਰਕਮ ਨੂੰ ਮਿਸ ਕਰ ਜਾਈਏ ਤਾਂ ਫਿਰ ਕੀ ਬਣੇਗਾ, ਜਾਂ HBP ਪਲਾਨ ਦੇ ਵਿੱਚ ਕੀ ਹੋਵੇਗਾ ਜੇਕਰ ਅਸੀਂ ਕੋਈ ਪੇਮੈਂਟ ਮਿਸ ਕਰ ਜਾਂਦੇ ਹਾਂ। ਹੋਮ ਬਾਇਰ ਪਲਾਨ ਹੇਠਾਂ ਬੇਸ਼ੱਕ 2 ਸਾਲਾਂ ਬਾਅਦ ਉਸ ਰਕਮ ਨੂੰ ਵਾਪਸ ਕਰਨਾ ਸ਼ੁਰੂ ਕਰਨਾ ਪੈਂਦਾ ਹੈ, ਲੇਕਿਨ ਅਗਰ ਤੁਸੀਂ ਚਾਹੋ ਤਾਂ ਅਗਲੇ ਸਾਲ ਤੋਂ ਵੀ ਇਸ ਦੀ ਵਾਪਸੀ ਸਾਰੀ ਦੀ ਸਾਰੀ ਰਕਮ ਵਾਪਸ ਕਰਕੇ ਜਾਂ ਕੁਝ ਹਿੱਸਾ ਉਹਦਾ ਵਾਪਸ ਕਰਕੇ ਵੀ ਕਰ ਸਕਦੇ ਹੋ। ਇਸ ਨਾਲ 15 ਸਾਲ ਦੀ ਮਿਆਦ ਵਾਲਾ ਹਿੱਸਾ ਨਹੀਂ ਘਟੇਗਾ, ਉਹ ਮਿਆਦ ਉਹੀ ਰਹੇਗੀ ਕਿ ਲੇਕਿਨ ਹਾਂ ਆਉਣ ਵਾਲੇ ਸਾਲਾਂ ਦੇ ਵਿੱਚ ਤੁਹਾਡੀਆਂ ਕਿਸ਼ਤਾਂ ਜ਼ਰੂਰ ਘਟ ਜਾਣਗੀਆਂ। ਤੇ ਦੂਸਰਾ ਅਹਿਮ ਸਵਾਲ ਹੈ ਕਿ ਜੇਕਰ ਤੁਸੀਂ ਹੋਮ ਬਾਇਰ ਪਲਾਨ ਦੇ ਵਿੱਚ ਕਦੀ ਕੋਈ ਕਿਸ਼ਤ ਮਿਸ ਕਰ ਜਾਵੋ ਤਾਂ ਕੀ ਹੋਵੇਗਾ। ਜੇਕਰ ਅਜਿਹਾ ਹੁੰਦਾ ਹੈ ਤੇ ਉਸ ਸਾਲ ਉਹ ਮਿਸ ਹੋਈ ਇੰਸਟਾਲਮੈਂਟ, ਉਹ ਕਿਸ਼ਤ ਤੁਹਾਡੀ ਆਮਦਨ ਦਾ ਹਿੱਸਾ ਬਣ ਜਾਵੇਗੀ, ਤਾਂ ਫਿਰ ਹੋਵੇਗਾ ਕਿ ਤੁਹਾਨੂੰ ਉਸ ਆਮਦਨ ਦੇ ਉੱਤੇ ਟੈਕਸ ਦੇਣਾ ਪਵੇਗਾ। ਹਾਂਜੀ ਫਰੈਂਡਸ, ਹੋਮ ਬਾਇਰ ਪਲਾਨ ਇੱਕ ਬਹੁਤ ਹੀ ਵਧੀਆ ਤਰੀਕਾ ਹੈ ਕੈਨੇਡਾ ਦੇ ਵਿੱਚ ਆਪਣਾ ਸੁਪਨਾ ਪੂਰਾ ਕਰਨ ਦਾ, ਕਿ ਆਪਣਾ ਵੀ ਇੱਕ ਘਰ ਹੋਵੇ। ਪਰ ਇਸ ਲਈ ਜ਼ਰੂਰੀ ਹੈ ਇਸ ਲਈ ਸੇਵਿੰਗ ਕਰਨਾ ਸ਼ੁਰੂ ਕਰਨਾ ਤੇ ਇਨਵੈਸਟਮੈਂਟ ਕਰਨਾ। ਕਿਸ ਦੇ ਵਿੱਚ? RRSP ਦੇ ਵਿੱਚ, ਰਜਿਸਟਰਡ ਰਿਟਾਇਰਮੈਂਟ ਸੇਵਿੰਗ ਪਲਾਨ ਦੇ ਵਿੱਚ। ਜੇਕਰ ਤੁਹਾਡੇ ਕੋਲ RRSP ਅਕਾਊਂਟ ਨਹੀਂ ਹੈ ਤਾਂ ਜਲਦੀ ਹੀ ਇਸ RRSP ਅਕਾਊਂਟ ਨੂੰ ਖੁਲਵਾਓ ਤੇ ਇਸ ਦੇ ਵਿੱਚ ਇਨਵੈਸਟ ਕਰਨਾ ਸ਼ੁਰੂ ਕਰ ਦਿਓ, ਤਾਂ ਕਿ ਤੁਹਾਡਾ ਕੈਨੇਡਾ ਦੇ ਵਿੱਚ ਆ ਕੇ ਪਹਿਲਾ ਘਰ ਲੈਣ ਦਾ ਸੁਪਨਾ ਜਲਦੀ ਤੋਂ ਜਲਦੀ ਪੂਰਾ ਹੋ ਸਕੇ। ਫਰੈਂਡਸ, ਉਮੀਦ ਕਰਦੇ ਹਾਂ ਕਿ ਅੱਜ ਇਸ ਐਪੀਸੋਡ ਦੇ ਵਿੱਚ ਕੁਝ ਫੰਡਾ ਕਲੀਅਰ ਹੋਇਆ ਹੋਵੇਗਾ ਹੋਮ ਬਾਇਰ ਪਲਾਨ ਦੇ ਬਾਰੇ, ਤੇ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਐਪੀਸੋਡਸ ਦੇ ਵਿੱਚ ਵੀ ਅਸੀਂ RRSP ਨੂੰ ਲੈ ਕੇ ਹੋਰ ਜਾਣਕਾਰੀ ਸ਼ੇਅਰ ਕਰ ਸਕੀਏ।
ਪਰ ਇਸ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਸਾਡਾ ਇਹ ਚੈਨਲ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰੋ, ਤਾਂ ਕਿ ਹਰ ਹਫਤੇ ਅਸੀਂ ਤੁਹਾਡੇ ਲਈ ਕੋਈ ਨਵੀਂ ਜਾਣਕਾਰੀ ਤੇ ਨਵਾਂ ਫੰਡਾ ਲੈ ਕੇ ਆਈਏ ਇੰਸ਼ੋਰੈਂਸ ਤੇ ਇਨਵੈਸਟਮੈਂਟਸ ਬਾਰੇ। ਇਸ ਲਈ ਜੇਕਰ ਹੁਣ ਤੱਕ ਤੁਸੀਂ ਸਾਡਾ ਇਹ ਚੈਨਲ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਸਾਡਾ ਇਹ ਚੈਨਲ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ, ਤਾਂ ਕਿ ਐਵਰੀ ਮੰਡੇ you will not miss Sing the Funday।